ਜਾਂਦੇ ਕਿ ਕੁਛ ਲੋਕ ਜਿਹੜੇ ਆ ਉਹ ਆਪਣੇ ਅੰਦਰ ਨੂੰ ਇਸ ਤਰ੍ਹਾਂ ਨਾਲ ਜਗਾ ਲੈਂਦੇ ਆ ਕਿ ਉਹਨਾਂ ਦੀਆਂ ਅੰਦਰਲੀਆਂ ਪਾਵਰਸ ਦੇ ਨਾਲ ਉਹ ਦੂਸਰਿਆਂ ਦਾ ਭਲਾ ਕਰ ਸਕਦੇ ਹੁੰਦੇ। ਮੈਂ ਜਦੋਂ ਇਸ ਚੈਪਟਰ ਨੂੰ ਪੜ੍ਹ ਰਹੀ ਸੀ ਤਾਂ ਮੈਨੂੰ ਕੋਟ ਯਾਦ ਆ ਰਹੀ ਸੀ, ਉਹ ਆਪਣੀ ਦਾਦੀ ਜੀ ਦੀ ਗੱਲ ਯਾਦ ਆ ਰਹੀ ਸੀ ਕਿ ਕੋਈ ਬਾਬਾ ਜੀ ਨੇ ਜਿਹੜੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦੇ ਨੇ। ਤੇ ਮੈਨੂੰ ਇਸ ਚੈਪਟਰ ਨੂੰ ਪੜ੍ਹਨ ਤੋਂ ਬਾਅਦ ਵਿੱਚ ਇਹ ਲੱਗਿਆ ਕਿ ਇਹ ਚੀਜ਼ਾਂ ਅਸੀਂ ਖੁਦ ਕਰ ਸਕਦੇ ਹਾਂ। ਮੇਰਾ ਫਰਸਟ ਚੈਪਟਰ ਹੈਗਾ ਦ ਟ੍ਰੇਜ਼ਰ ਹਾਊਸ ਵਿਦਿਨ ਯੂ। ਟ੍ਰੇਜ਼ਰ ਹਾਊਸ ਵਿਦਿਨ ਯੂ ਮਤਲਬ ਤੁਹਾਡੇ ਅੰਦਰ ਛੁਪਿਆ ਹੋਇਆ ਖਜ਼ਾਨਾ। ਅਸੀਂ ਗੱਲ ਕਰਦੇ ਹਾਂ ਕਿ ਖੁਦ ਨੂੰ ਪਹਿਚਾਨਣ ਦੀ। ਇਸ ਚੈਪਟਰ ਦੇ ਵਿੱਚ ਅਗਰ ਤੁਸੀਂ ਇਸ ਚੈਪਟਰ ਨੂੰ ਸੀਰੀਅਸਲੀ ਔਰ ਧਿਆਨ ਦੇ ਨਾਲ ਰੀਡਿੰਗ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਜਿਹੜਾ ਉਹ ਤੁਹਾਡੀ ਲਾਈਫ ਨੂੰ ਚੇਂਜ ਕਰ ਸਕਦਾ ਹੈਗਾ ਆ। ਅਸੀਂ ਬਹੁਤ ਲੋਕਾਂ ਨੂੰ ਮਿਲਦੇ ਹੈਗੇ ਆ ਨਾ, ਕਈ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਨਾਲ ਬੈਠ ਕੇ ਸਾਨੂੰ ਏਦਾਂ ਲੱਗਦਾ ਕਿ ਹਾਂ ਇਹਨਾਂ ਨੂੰ ਸੁਣੀ ਜਾਈਏ, ਇਹਨਾਂ ਦੀਆਂ ਗੱਲਾਂ ਸਾਨੂੰ ਬਹੁਤ ਅਟਰੈਕਟ ਕਰਦੀਆਂ ਨੇ। ਬਟ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਬੈਠ ਕੇ ਸਾਡੇ ਅੰਦਰ ਹੀ ਆਪਣੇ ਅੰਦਰ ਹੀ ਨੈਗੇਟਿਵਿਟੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਬੁੱਕ ਦੇ ਸਟਾਰਟਿੰਗ ਦੇ ਵਿੱਚ ਜੋਸਫ ਮਰਫੀ ਉਹਨਾਂ ਨੂੰ ਮੈਗਨੈਟਿਕ ਤੇ ਨਾਨ ਮੈਗਨੈਟਿਕ ਜਿਹੜੇ ਆ ਪੀਪਲਸ ਦੇ ਵਿੱਚ ਡਿਵਾਈਡ ਕਰਦੇ ਨੇ। ਅਸੀਂ ਦੇਖਿਆ ਕਿ ਕੁਝ ਲੋਕਾਂ ਦੀ ਸਪਿਰਿਟ ਹੁੰਦੀ ਹੈ, ਕੋਈ ਵੀ ਕੰਮ ਆਉਂਦਾ ਹੈ ਸਾਹਮਣੇ ਤਾਂ ਅਸੀਂ ਕੀ ਕਹਿੰਦੇ ਆ, ਆਈ ਕੈਨ ਡੂ ਇਟ, ਇਹ ਤਾਂ ਜੀ ਹੋ ਗਿਆ, ਇਟਸ ਡਨ। ਤੇ ਕੁਝ ਟਾਈਪ ਦੇ ਲੋਕ ਇਹੋ ਜਿਹੇ ਹੁੰਦੇ ਨੇ ਕਈ ਵਾਰੀ ਕੀ ਕਹਿੰਦੇ ਆ ਕਿ ਯਾਰ ਮੇਰੇ ਕੋਲੋਂ ਨਹੀਂ ਹੋਣਾ, ਮੈਂ ਇਹ ਨਹੀਂ ਕਰ ਸਕਦਾ ਜਾਂ ਮੈਂ ਇਹ ਚੀਜ਼ ਅਫੋਰਡ ਨਹੀਂ ਕਰ ਸਕਦਾ। ਅਸੀਂ ਜਦੋਂ ਕਿਸੇ ਚੀਜ਼ ਨੂੰ ਬਾਰ-ਬਾਰ ਬੋਲਦੇ ਆ ਤਾਂ ਉਹ ਸਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈਗਾ ਉਹਦੇ ਤੱਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕਿ ਅਸੀਂ ਕਹਿੰਦੇ ਆ ਕਿ ਅਸੀਂ ਆਪਣੀ ਬਾਡੀ ਦੇ ਅੰਦਰ ਜੋ ਵੀ ਪਾਉਂਦੇ ਆ, ਜੋ ਵੀ ਖਾਂਦੇ ਆ, ਉਵੇਂ ਦੀ ਸਾਡੀ ਹੈਲਥ ਹੋ ਜਾਂਦੀ ਆ, ਉਵੇਂ ਦੀ ਸਾਡੀ ਬਾਡੀ ਹੋ ਜਾਂਦੀ ਹੈ। ਇਨ ਦ ਸੇਮ ਵੇ ਜਿਵੇਂ ਦੇ ਥਾਟਸ ਅਸੀਂ ਆਪਣੇ ਅੰਦਰ ਪਾਉਂਦੇ ਆ, ਜਿਵੇਂ ਦੀ ਸੋਚ ਅਸੀਂ ਆਪਣੇ ਅੰਦਰ ਲੈ ਕੇ ਜਾਂਦੇ ਆ, ਉਵੇਂ ਦਾ ਸਾਡਾ ਸਬਕੌਂਸ਼ੀਅਸ ਮਾਈਂਡ ਹੋ ਜਾਂਦਾ। ਦੇਖੋ ਮਾਈਂਡ ਦੀਆਂ ਦੋ ਸਟੇਟਸ ਹੁੰਦੀਆਂ ਨੇ, ਇੱਕ ਕੌਨਸ਼ੀਅਸ, ਇੱਕ ਸਬਕੌਂਸ਼ੀਅਸ। ਕੌਨਸ਼ੀਅਸ ਮਾਈਂਡ ਉਹ ਹੁੰਦਾ ਹੈ ਜਿਹਨੂੰ ਪਤਾ ਹੁੰਦਾ ਹੈ ਕਿ ਮੈਂ ਕੀ ਕਰ ਰਿਹਾ ਹਾਂ। ਉਹ ਇੱਕ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਵਰਕ ਕਰ ਰਿਹਾ ਹੁੰਦਾ ਜਿਹਨੂੰ ਉਹ ਕੰਟਰੋਲ ਕਰ ਸਕਦਾ। ਬਟ ਸਬਕੌਂਸ਼ੀਅਸ ਮਾਈਂਡ ਤੱਕ ਉਹ ਜਿਹੜੇ ਤੁਹਾਡੇ ਥਾਟਸ ਨੇ ਉਹ ਪਹੁੰਚਦੇ ਨੇ। ਤੁਸੀਂ ਕਿਸੇ ਵੀ ਚੀਜ਼ ਦੀ ਵਿਜ਼ੂਅਲਾਈਜੇਸ਼ਨ ਕਰਦੇ ਹੋ। ਮੈਂ ਹੈਰਾਨ ਹੋ ਰਹੀ ਹਾਂ ਕਿ ਅਗਰ ਅਸੀਂ ਕਿਸੇ ਟੀਵੀ ਤੇ ਟਾਈਮ ਲਗਾ ਰਹੇ ਹਾਂ, ਅਸੀਂ ਕੋਈ ਸੀਰੀਅਲ ਦੇਖ ਰਹੇ ਹਾਂ ਜਾਂ ਕੋਈ ਵੀ ਸਟੋਰੀ ਦੇਖ ਰਹੇ ਹਾਂ, ਤਾਂ ਸਾਡੇ ਸਬਕੌਂਸ਼ੀਅਸ ਮਾਈਂਡ ਨੂੰ ਇਹ ਚੀਜ਼ ਨਹੀਂ ਪਤਾ ਹੈਗੀ ਕਿ ਉਹ ਤੁਹਾਡੇ ਨਾਲ ਹੋ ਰਹੀ ਹੈ ਜਾਂ ਉਹ ਇੱਕ ਟੀਵੀ ਤੇ ਇੱਕ ਸੀਰੀਅਲ ਚੱਲ ਰਿਹਾ ਆ। ਤੁਸੀਂ ਉਸ ਟਾਈਮ ਤੇ ਉਸ ਚੀਜ਼ ਨੂੰ ਦੇਖ ਰਹੇ ਹੋ, ਤੁਹਾਡੇ ਅੰਦਰ ਉਸ ਚੀਜ਼ ਦੇ ਲਈ ਥਾਟਸ ਜਿਹੜੇ ਉਹ ਰਿਐਕਟ ਹੋ ਰਹੇ ਨੇ, ਤੁਹਾਡੇ ਅੰਦਰ ਰਿਐਕਸ਼ਨ ਚੱਲ ਰਿਹਾ ਹੈ ਤੇ ਤੁਹਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹਨੂੰ ਰਿਸੀਵ ਕਰ ਰਿਹਾ। ਜਦੋਂ ਉਹ ਉਸ ਚੀਜ਼ ਨੂੰ ਰਿਸੀਵ ਕਰ ਰਿਹਾ ਤਾਂ ਤੁਸੀਂ ਉਸ ਟਾਈਮ ਤੇ, ਮੈਂ ਵੀ ਕਦੇ ਇਹ ਗੱਲ ਨਹੀਂ ਕਹਿੰਦੀ ਕਿ ਨਹੀਂ ਇਟਸ ਜਸਟ ਅ ਫਿਲਮ, ਇਟਸ ਜਸਟ ਅ ਮੂਵੀ ਜਾਂ ਕੋਈ ਵੀ ਇਹ ਸੀਰੀਅਲ ਹੈਗਾ, ਬਟ ਉਸ ਟਾਈਮ ਤੇ ਅਸੀਂ ਕੀ ਕਰ ਰਹੇ ਹੁੰਦੇ ਆ, ਇਮੋਸ਼ਨਸ ਸਾਡੇ, ਅਗਰ ਉਹ ਸੈਡ ਫੀਲਿੰਗ ਹੈ ਤਾਂ ਸੈਡ ਫੀਲਿੰਗ ਆ ਰਹੀ ਹੁੰਦੀ ਹੈ, ਅਗਰ ਉਹ ਹੈਪੀ ਫੀਲਿੰਗ ਹੈ ਤਾਂ ਹੈਪੀ, ਅਗਰ ਉੱਥੇ ਕੋਈ ਐਕਸ਼ਨ ਮੂਵੀ ਦੇਖ ਰਹੇ ਹਾਂ ਤਾਂ ਉਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੁੰਦੀ ਹੈ। ਤੇ ਉਸ ਟਾਈਮ ਤੇ ਸਾਡਾ ਜਿਹੜਾ ਸਬਕੌਂਸ਼ੀਅਸ ਹੈਗਾ ਉਸ ਚੀਜ਼ ਨੂੰ ਰਿਸੀਵ ਕਰ ਰਿਹਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਚੀਜ਼ ਬੈਠ ਜਾਂਦੀ ਹੈ। ਉਹਨੂੰ ਇਹ ਚੀਜ਼ ਨਹੀਂ ਪਤਾ ਚੱਲਦੀ ਕਿ ਉਹ ਚੀਜ਼ ਮੇਰੇ ਨਾਲ ਹੋ ਰਹੀ ਹੈ ਜਾਂ ਉਹ ਕਿਸੇ ਹੋਰ ਬੰਦੇ ਦੇ ਨਾਲ ਹੋ ਰਹੀ ਹੈ, ਔਰ ਰਿਐਲਿਟੀ ਹੈ ਕਿ ਨਹੀਂ ਰਿਐਲਿਟੀ, ਉਹ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਨਹੀਂ ਕਰ ਸਕਦਾ। ਤੇ ਇੱਥੇ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਕੋਲ ਇੱਕ ਓਪਰਚੁਨਿਟੀ ਹੈ ਕਿ ਤੁਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਜਾਣ ਸਕਦੇ ਹੋ, ਆਪਣੇ ਅੰਦਰ ਛੁਪੇ ਹੋਏ ਖਜ਼ਾਨੇ ਨੂੰ ਪਹਿਚਾਨ ਸਕਦੇ ਹੋ ਤੇ ਉਹਦੇ ਤੇ ਵਰਕ ਕਰ ਸਕਦੇ ਹੋ। ਦੇਖੋ ਇਹ ਖਜ਼ਾਨਾ ਸਾਰਿਆਂ को परमात्मा ने ਇਕੁਐਲਿਟੀ ਦੇ ਵਿੱਚ ਦਿੱਤਾ ਹੈਗਾ। ਫਰਕ ਸਿਰਫ ਇਹ ਹੈ ਉਸ ਨੂੰ ਪਹਿਚਾਨਣਾ ਤੇ ਉਸ ਤੇ ਕੰਮ ਕਰਨਾ। ਸਾਡੇ ਸਾਰਿਆਂ ਦੇ ਅੰਦਰ ਉਹ ਪਾਵਰ ਹੈ ਕਿ ਅਸੀਂ ਆਪਣੀ ਲਾਈਫ ਨੂੰ ਜ਼ਿਆਦਾ ਹੈਪੀਲੀ, ਜ਼ਿਆਦਾ ਅਮੀਰ ਹੋ ਸਕਦੇ ਹਾਂ, ਜ਼ਿਆਦਾ ਅੱਛੀ ਹੈਲਥ ਲੈ ਸਕਦੇ ਹਾਂ, ਜ਼ਿਆਦਾ ਖੁਸ਼ ਰਹਿ ਸਕਦੇ ਹਾਂ। ਕਿਉਂ ਇਹ ਹੁੰਦਾ ਹੈ ਕਿ ਇੱਕੋ ਹੀ ਫੈਮਿਲੀ ਦੇ ਵਿੱਚ ਦੋ ਬੱਚੇ, ਇੱਕ ਜ਼ਿਆਦਾ ਖੁਸ਼ ਹੁੰਦਾ ਹੈ ਔਰ ਇੱਕ ਹਮੇਸ਼ਾ ਪਰੇਸ਼ਾਨ ਰਹਿੰਦਾ, ਇੱਕ ਜ਼ਿਆਦਾ ਸਕਸੈਸਫੁਲ ਹੁੰਦਾ ਹੈ ਔਰ ਦੂਸਰੇ ਨੂੰ ਉਨੀ ਸਕਸੈਸ ਨਹੀਂ ਮਿਲ ਪਾਉਂਦੀ। ਉੱਥੇ ਫਰਕ ਸਿਰਫ ਉਹਦੇ ਥਾਟਸ ਤੇ ਬਿਲੀਫ ਦਾ ਹੈ। ਅਸੀਂ ਜੋ ਵੀ ਚੀਜ਼ ਸੋਚਦੇ ਆ ਉਹ ਸਾਡਾ ਬਿਲੀਫ ਸਿਸਟਮ ਬਣਨਾ ਸ਼ੁਰੂ ਹੋ ਜਾਂਦਾ ਹੈ। ਅਗਰ ਮੈਨੂੰ ਲੱਗਦਾ ਹੈ ਕਿ ਮੇਰੇ ਅੱਗੇ ਕੋਈ ਵੀ ਇਸ਼ੂ ਜਾਂ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਮੈਂ ਉਹਦਾ ਸੋਲੂਸ਼ਨ ਫਾਈਂਡ ਆਊਟ ਕਰ ਲਵਾਂਗੀ, ਤਾਂ ਮੈਂ ਉਸ ਚੀਜ਼ ਦਾ ਸੋਲੂਸ਼ਨ ਫਾਈਂਡ ਕਰ ਲਵਾਂਗੀ ਚਾਹੇ ਜਿਵੇਂ ਮਰਜ਼ੀ ਕਰਾਂ। ਬਟ ਅਗਰ ਮੈਂ ਕਿਸੇ ਵੀ ਸਿਚੁਏਸ਼ਨ 'ਚ ਪੈਨਿਕ ਹੋਣਾ ਸਟਾਰਟ ਕਰ ਦਿੱਤਾ ਤਾਂ ਮੇਰੇ ਮਾਈਂਡ ਨੂੰ ਕੀ ਇੰਡੀਕੇਸ਼ਨ ਬਾਰ-ਬਾਰ ਜਾ ਰਹੀ ਹੈ ਕਿ ਮੇਰੇ ਕੋਲੋਂ ਕੁਝ ਨਹੀਂ ਹੋ ਸਕਦਾ, ਤੇ ਉਹ ਮੇਰਾ ਸਬਕੌਂਸ਼ੀਅਸ ਜਿਹੜਾ ਉਹ ਮੈਨੂੰ ਹਰ ਵੇਲੇ ਕਹਿ ਰਿਹਾ ਕਿ ਯੂ ਕਾਂਟ ਡੂ ਦਿਸ, ਯੂ ਕਾਂਟ ਡੂ ਦਿਸ। ਤਾਂ ਤੁਸੀਂ ਉਸ ਸਿਚੁਏਸ਼ਨ ਵਿੱਚ ਪੈਨਿਕ ਹੋ ਜਾਂਦੇ ਹੋ ਤੇ ਤੁਸੀਂ ਸੋਲੂਸ਼ਨ ਫਾਈਂਡਰ ਬਣਨ ਦੀ ਬਜਾਏ ਉਸ ਸਿਚੁਏਸ਼ਨ ਦਾ, ਉਸ এনवायरमेंट ਦਾ ਇੱਕ ਹਿੱਸਾ ਬਣ ਜਾਂਦੇ ਹੋ ਤੇ ਆਪਣੀ ਜਿਹੜੀ ਸਕਸੈਸ ਹੈ, ਆਪਣੇ ਲਈ ਉਹ ਰਾਹ ਜਿਹੜਾ ਉਹ ਨਹੀਂ ਤਿਆਰ ਕਰ ਪਾਉਂਦੇ ਹੈ।
ਇਹ ਤੇ ਦੇਖੋ ਪ੍ਰੇਅਰਸ ਦੀ ਬੜੀ ਅੱਛੀ ਗੱਲ ਕੀਤੀ ਕਿ ਸਾਇੰਟਿਫਿਕ ਪ੍ਰੇਅਰਸ ਕਿਵੇਂ ਕਰੀਦੀਆਂ ਨੇ। ਕੁਝ ਲੋਕਾਂ ਦੀਆਂ ਪ੍ਰੇਅਰਸ ਅਸੀਂ ਕਹਿੰਦੇ ਆ ਕਿ ਪਰ ਮੈਂ ਰਾਤ ਨੂੰ ਪਰਮਾਤਮਾ ਨੂੰ ਪ੍ਰੇਅਰ ਕੀਤੀ ਤੇ ਮੇਰੇ ਸਵੇਰ ਤੱਕ ਸੋਲੂਸ਼ਨ ਮਿਲ ਗਿਆ, ਤੇ ਕੁਝ ਲੋਕ ਕਹਿੰਦੇ ਨੇ ਕਿ ਮੇਰੀ ਤਾਂ ਕਿਸਮਤ ਹੀ ਮਾੜੀ ਹੈ। ਇਟਸ ਨਾਟ ਕਿਸਮਤ, ਕੋਈ ਵੀ ਕਿਸਮਤ ਨਹੀਂ ਹੁੰਦੀ। ਅਸੀਂ ਜੋ ਕੰਮ ਕਰਦੇ ਆ ਸਾਨੂੰ ਉਸ ਦਾ ਸੋਲੂਸ਼ਨ ਮਿਲਦਾ ਹੈ। ਇਹਦੇ ਵਿੱਚ ਮੈਂ ਤੁਹਾਡੇ ਨਾਲ ਲਾਅ ਆਫ ਅਟਰੈਕਸ਼ਨ ਦੀ ਗੱਲ ਕਰੂੰਗੀ ਕਿ ਅਸੀਂ ਜੋ ਚੀਜ਼ਾਂ ਨੂੰ ਅਟਰੈਕਟ ਕਰਦੇ ਆ, ਜੋ ਸੋਚਦੇ ਆ, ਉਹ ਸਾਡੇ ਨਾਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਅਸੀਂ ਕਿਤੇ ਟ੍ਰੈਫਿਕ ਜਾਮ 'ਚ ਫਸ ਗਏ ਆ, ਕਿਉਂਕਿ ਅਸੀਂ ਸਟਾਰਟਿੰਗ ਤੋਂ ਥਾਟ ਕ੍ਰੀਏਟ ਕਰ ਲਿਆ ਕਿ ਅੱਜ ਟ੍ਰੈਫਿਕ ਜਾਮ ਮਿਲ ਗਿਆ। ਟ੍ਰੈਫਿਕ ਜਾਮ 'ਚ ਫਸਣ ਤੋਂ ਬਾਅਦ ਅਸੀਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਅੱਜ ਦਾ ਦਿਨ ਤਾਂ ਮੇਰਾ ਖਰਾਬ ਹੋ ਗਿਆ। ਸਵੇਰੇ ਹੀ ਆਪਣੇ ਮਾਈਂਡ ਨੂੰ ਅਸੀਂ ਥਾਟ ਦੇ ਦਿੱਤਾ ਕਿ ਅੱਜ ਦਾ ਦਿਨ ਮੇਰਾ ਖਰਾਬ ਹੋ ਗਿਆ, ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਦਿਨ ਖਰਾਬ ਹੋਣ ਦੇ ਬਹੁਤ ਸਾਰੇ ਚਾਂਸਸ, ਬਹੁਤ ਸਾਰੇ ਮੌਕੇ ਜਿਹੜੇ ਉਹ ਵੱਧ ਜਾਂਦੇ ਨੇ। ਬਟ ਦੂਸਰੇ ਪਾਸੇ ਤੁਸੀਂ ਉਸੇ ਸਿਚੁਏਸ਼ਨ ਨੂੰ ਕਿਸੇ ਹੋਰ ਕ੍ਰੀਏਟਿਵ ਢੰਗ ਦੇ ਨਾਲ ਯੂਜ਼ ਕਰੋ, ਉਸ ਸਿਚੁਏਸ਼ਨ ਦੇ ਵਿੱਚ ਕੁਝ ਕ੍ਰੀਏਟਿਵ ਸੋਚਣਾ ਸ਼ੁਰੂ ਕਰੋ, ਤੇ ਤੁਹਾਡਾ ਡੇ ਜਿਹੜਾ ਉਹ ਈਜ਼ੀ ਹੋ ਜਾਊਗਾ। ਤੁਹਾਡੇ ਅੰਦਰ ਜਿਹੜੀ ਉਹ ਪੋਜ਼ਿਟਿਵਿਟੀ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਜਾਊਗੀ। ਜ਼ਰੂਰਤ ਸਿਰਫ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਇਹ ਦੱਸਣਾ ਹੈ ਕਿ ਤੁਸੀਂ ਇਸ ਪਾਵਰ ਨੂੰ ਕਿਵੇਂ ਯੂਜ਼ ਕਰਨਾ ਹੈਗਾ, ਕਿਵੇਂ ਆਪਣੇ ਸਬਕੌਂਸ਼ੀਅਸ ਨੂੰ ਯੂਜ਼ ਕਰਕੇ ਤੁਸੀਂ ਜਿਹੜਾ ਆ ਸਕਸੈਸਫੁਲ ਹੋ ਸਕਦੇ ਹੋ। ਆਪਣੇ ਥਾਟਸ ਨੂੰ ਵਾਚ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਕਿ ਥਾਟਸ ਤੁਸੀਂ ਕਿਸ ਤਰ੍ਹਾਂ ਦੇ ਲੈ ਰਹੇ ਹੋ। ਦੇਖੋ ਥਾਟਸ ਨੂੰ ਕੰਟਰੋਲ ਨਹੀਂ ਕਰ ਸਕਦੇ ਅਸੀਂ, ਬਿਕਾਜ਼ ਅਸੀਂ ਖਾਲੀ ਬੈਠੇ ਹਾਂ ਤਾਂ ਉਸ ਟਾਈਮ ਤੇ ਸਾਡੇ ਅੰਦਰ ਕੋਈ ਨਾ ਕੋਈ ਥਾਟ ਪ੍ਰੋਸੈਸ ਚੱਲ ਰਿਹਾ ਹੁੰਦਾ ਹੈ। ਅਸੀਂ ਕੀ ਕਰਨਾ ਹੈ, ਜਸਟ ਆਪਣੇ ਥਾਟਸ ਨੂੰ ਵਾਚ ਕਰਨਾ। ਜਦੋਂ ਅਸੀਂ ਆਪਣੇ ਥਾਟਸ ਨੂੰ ਵਾਚ ਕਰਾਂਗੇ, ਥਾਟਸ ਨੈਗੇਟਿਵ ਨਹੀਂ ਹੋਣੇ ਚਾਹੀਦੇ। ਇੱਥੇ ਇੱਕ ਉਹਨਾਂ ਨੇ ਬੜੀ ਅੱਛੀ ਸਟੋਰੀ ਦੱਸੀ ਕਿ ਇੱਕ ਲੜਕੀ ਸੀ, ਕਾਲਜ ਗੋਇੰਗ ਲੜਕੀ ਸੀ, ਉਹਨੇ ਇੱਕ ਬੈਗ ਦੇਖਿਆ ਸ਼ੋਰੂਮ ਦੇ ਵਿੱਚ ਔਰ ਉਹਨੂੰ ਬਹੁਤ ਅੱਛਾ ਲੱਗਾ, ਔਰ ਦੈਟ ਬੈਗ ਵਾਸ ਵੈਰੀ ਐਕਸਪੈਂਸਿਵ, ਬਹੁਤ ਐਕਸਪੈਂਸਿਵ ਬੈਗ ਸੀਗਾ। ਕਈ ਵਾਰ ਅਸੀਂ ਵੀ ਸੋਚ ਲੈਂਦੇ ਆ ਕਿ ਮੈਂ ਇਹ ਕਾਰ ਨਹੀਂ ਅਫੋਰਡ ਕਰ ਸਕਦਾ, ਨਹੀਂ ਕਰ ਸਕਦੀ, ਮੈਂ ਦੂਸਰੀ ਕਾਰ ਬਾਏ ਕਰ ਲੈਣੀ ਆ। ਬਟ ਉਹ ਕਹਿ ਰਹੇ ਨੇ ਕਿ ਉਸ ਲੜਕੀ ਨੇ ਸੋਚਿਆ, ਫਿਰ ਆਪਣੇ ਮਾਈਂਡ ਦੇ ਵਿੱਚ ਸੋਚਿਆ ਕਿ ਨਹੀਂ, ਮੈਂ ਨੈਗੇਟਿਵ ਥਾਟ ਨਹੀਂ ਦੇਣਾ। ਉਹਨੇ ਆਪਣੇ ਮਾਈਂਡ ਨੂੰ ਕਿਹਾ ਕਿ ਇਹ ਬੈਗ ਜਿਹੜਾ ਆ ਇਹ ਮੇਰਾ ਆ, ਕਿਉਂਕਿ ਇਹਦੇ ਤੇ ਸੇਲ ਲੱਗੀ ਹੋਈ ਆ, ਤੇ ਇਹ ਬੈਗ ਮੈਂ ਬਾਏ ਕਰ ਲਿੱਤਾ। ਔਰ ਉਸੇ ਦਿਨ ਥੋੜੇ ਟਾਈਮ ਬਾਅਦ ਉਹਦੇ ਫਿਆਂਸੀ ਨੇ ਉਹਨੂੰ ਬੈਗ ਗਿਫਟ ਕਰ ਦਿੱਤਾ। ਤੋਂ ਉਹਨੂੰ ਇਹ ਚੀਜ਼ ਸਮਝ ਆਈ ਕਿ ਪੈਸਾ ਹੋਣਾ ਜਾਂ ਨਾ ਹੋਣਾ ਮੈਟਰ ਨਹੀਂ ਕਰਦਾ, ਤੁਸੀਂ ਉਸ ਨੂੰ ਪਾਉਣ ਦੇ ਲਈ ਕਿਵੇਂ ਦੇ ਥਾਟ ਰੱਖਦੇ ਹੋ। ਦੇਖੋ ਅਮੀਰ ਗਰੀਬ, ਖੁਸ਼ ਰਹਿਣਾ ਜਾਂ ਦੁਖੀ ਰਹਿਣਾ ਤੁਹਾਡੇ ਤੇ ਜਾਂ ਤੁਹਾਡੇ ਥਾਟਸ ਤੇ ਹੀ ਡਿਪੈਂਡ ਕਰਦਾ। ਉਸ ਸਿਚੁਏਸ਼ਨ ਦੇ ਵਿੱਚ ਅਸੀਂ ਕਿਵੇਂ ਸੋਚਦੇ ਹਾਂ, ਕਿਵੇਂ ਰਿਐਕਟ ਕਰਦੇ ਹਾਂ, ਉਸੇ ਤਰ੍ਹਾਂ ਦਾ এনवायरमेंट ਜਿਹੜਾ ਹੈ ਉਹ ਬਣਨਾ ਸ਼ੁਰੂ ਹੋ ਜਾਂਦਾ ਹੈ। ਆਪਣੇ ਸਬਕੌਂਸ਼ੀਅਸ ਨੂੰ ਇੱਕ ਜਿਹੜਾ ਤੁਸੀਂ ਬਗੀਚੇ ਵਾਂਗੂ ਸੋਚੋ, ਇਹ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਜੋ ਬੀਜੋਗੇ ਉਹੀ ਉਗਣਾ ਸ਼ੁਰੂ ਹੋ ਜਾਊਗਾ। ਅਗਰ ਅਸੀਂ ਬੈਡ ਥਾਟ ਬੀਜ ਰਹੇ ਹਾਂ ਤਾਂ ਸਾਡਾ ਜਿਹੜਾ এনवायरमेंट ਆ ਉਹ ਬੁਰਾ ਬਣਨਾ ਸ਼ੁਰੂ ਹੋ ਜਾਊਗਾ। ਕਹਿੰਦੇ ਹੁੰਦੇ ਨੇ ਕਿ ਅਗਰ ਅਸੀਂ ਕਿਸੇ ਦਾ ਬੁਰਾ ਸੋਚਦੇ ਹਾਂ ਤਾਂ ਸਾਡਾ ਪਹਿਲਾ ਹੁੰਦਾ, ਉਸ ਸੋਚ ਤੇ ਡਿਪੈਂਡ ਕਰਦਾ। ਸਾਡੇ ਸਬਕੌਂਸ਼ੀਅਸ ਨੂੰ ਨਹੀਂ ਪਤਾ ਕਿ ਅਸੀਂ ਕਿਸੇ ਹੋਰ ਦੇ ਬਾਰੇ ਚ ਸੋਚ ਰਹੇ ਹਾਂ, ਹਨਾ। ਤੇ ਉਹ ਚੀਜ਼ਾਂ ਸਾਡੇ ਨਾਲ ਉਹ ਹੈਪਨਿੰਗਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਆਪਣੇ ਮਾਈਂਡ ਨੂੰ ਕਰੈਕਟ ਥਿੰਕਿੰਗ ਦੇ ਵਿੱਚ ਲੈ ਕੇ ਆਉਣਾ ਹੈ। ਅਸੀਂ ਕੀ ਕਰਦੇ ਹਾਂ ਇਹਦੇ ਲਈ, ਇੱਕ ਆਪਾਂ ਉਹ ਕਰ ਸਕਦੇ ਹਾਂ, ਪ੍ਰੈਕਟੀਕਲ ਕਰ ਸਕਦੇ ਹਾਂ ਕਿ ਅਸੀਂ ਹਰ ਰੋਜ਼ ਰਾਤ ਨੂੰ ਕੁਝ ਇਹੋ ਜਿਹੇ ਪੋਜ਼ਿਟਿਵ ਥਾਟਸ ਆਪਣੇ ਮਾਈਂਡ ਦੇ ਅੰਦਰ ਪਾ ਕੇ ਸੋਈਏ, ਤਾਂ ਕਿ ਜਦੋਂ ਅਸੀਂ ਸੌਣਾ ਹੈ ਤੇ ਸਾਡਾ ਜਿਹੜਾ ਮਾਈਂਡ ਹੈਗਾ ਉਹ ਪੂਰੀ ਰਾਤ ਉਸ ਚੀਜ਼ ਤੇ ਵਰਕ ਕਰੇਗਾ। ਅਸੀਂ ਕਈ ਵਾਰ ਦੇਖਿਆ ਹੋਣਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਹਾਂ, ਪਰ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਸਟੋਰ ਰਹਿੰਦੀਆਂ ਨੇ। ਕਦੀ ਵੀ ਉਹ ਸਿਚੁਏਸ਼ਨ ਸਾਹਮਣੇ ਆਉਂਦੀ ਹੈ ਤਾਂ ਉਹ ਕੱਢ ਕੇ ਬਾਹਰ ਲੈ ਆਉਂਦਾ। ਇਹਦੇ ਵਿੱਚ ਇੱਕ ਹੋਰ ਐਗਜ਼ਾਮਪਲ ਦੇ ਦਿੰਨੀ ਆ, ਜਿਵੇਂ ਮੈਨੂੰ ਲੱਗਦਾ ਕਿ ਮੇਰੇ ਲਈ ਚਾਹ ਅੱਛੀ ਨਹੀਂ ਹੈ, ਬਟ ਕਿਤੇ ਬਾਈ ਚਾਂਸ ਮੈਨੂੰ ਚਾਹ ਪੀਣੀ ਪੈ ਗਈ, ਤਾਂ ਉਸ ਟਾਈਮ ਤੇ ਕੀ ਹੋਊਗਾ, ਮੇਰੇ ਸਬਕੌਂਸ਼ੀਅਸ ਨੇ ਅੰਦਰੋਂ ਕਿਹਾ ਕਿ ਨਹੀਂ, ਇਟਸ ਨਾਟ ਗੁੱਡ ਫॉर ਯੂ, ਤੁਹਾਡੇ ਲਈ ਬਿਲਕੁਲ ਠੀਕ ਨਹੀਂ ਹੈਗੀ। ਤਾਂ ਮੇਰੀ ਬਾਡੀ ਉਹਦੇ ਤੇ ਕੀ ਕਰੂਗੀ, ਰਿਐਕਟ ਕਰੂਗੀ। ਥਾਟ ਦਾ ਰਿਐਕਸ਼ਨ ਹੁੰਦਾ ਹੀ ਹੁੰਦਾ ਆ। ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੋ ਜਿਹੇ ਥਾਟਸ ਦੇਣੇ ਆ ਸਬਕੌਂਸ਼ੀਅਸ ਨੂੰ, ਤੁਸੀਂ ਆਪਣੀ ਪਾਵਰ ਨੂੰ ਕਿਵੇਂ ਯੂਜ਼ ਕਰਨਾ ਹੈ ਕਿ ਉਹ ਤੁਹਾਡੀ ਜਿਹੜੀ ਆ ਲਾਈਫ ਜਿਹੜੀ ਆ ਉਹ ਹੋਰ ਈਜ਼ੀ ਔਰ ਮੋਰ ਜੋਇਫੁਲ ਬਣ ਜਾਵੇ, ਤਾਂ ਕਿ ਤੁਹਾਡੇ ਲਾਈਫ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਨੂੰ ਤੁਸੀਂ ਟੈਕਲ ਕਰ ਸਕੋ। ਦੇਖੋ ਇਹ ਜਿਹੜਾ ਥਾਟ ਪ੍ਰੋਸੈਸ ਹੈਗਾ, ਇਹਦੇ ਨਾਲ ਤੁਸੀਂ ਲਾਈਫ ਦੇ ਕਿਸੇ ਵੀ ਜਿਹੜੇ ਆ ਪ੍ਰੋਬਲਮ ਨੂੰ ਟੈਕਲ ਕਰ ਸਕਦੇ ਹੋ। ਡਿਫਰੈਂਟਲੀ ਤੁਸੀਂ ਆਪਣੀ ਲਾਈਫ ਦੇ ਵਿੱਚ ਇਹ ਲਾਜ਼ ਨੂੰ ਇੰਪਲੀਮੈਂਟ ਕਰ ਸਕਦੇ ਹੋ। ਇੱਕ ਚੀਜ਼ ਮੈਨੂੰ ਇੱਥੇ ਬਹੁਤ ਅੱਛੀ ਜਿਹੜੀ ਉਹ ਲੱਗੀ ਹੈਗੀ ਆ, ਉਹ ਕਹਿੰਦੇ ਵੀ ਇਹ ਤੁਹਾਡੇ ਅੰਦਰ ਦਾ ਵਰਲਡ ਹੈਗਾ, ਤੁਹਾਡੇ ਅੰਦਰ ਦੀ ਦੁਨੀਆ ਆ, ਜਿਹਨੂੰ ਤੁਸੀਂ ਜਿਵੇਂ ਦਾ ਚਾਹੋ ਉਵੇਂ ਦਾ ਬਣਾ ਸਕਦੇ ਹੋ।
ਮਤਲਬ ਇੱਕ ਇਹੋ ਜੀ ਚੀਜ਼ ਹੈਗੀ ਆ ਜਿੱਥੇ ਤੁਸੀਂ ਕੀ ਕਰੈਕਟ ਕਰਨਾ, ਅਸੀਂ ਬਹੁਤ ਵਾਰੀ ਦੂਸਰਿਆਂ ਨੂੰ ਕਰੈਕਟ ਕਰਨ ਦੇ ਵਿੱਚ ਪਿੱਛੇ ਲੱਗੇ ਰਹਿੰਦੇ ਆ। ਆਪਣੇ ਅੰਦਰ ਨੂੰ ਅਗਰ ਕਰੈਕਟ ਕਰ ਲਵਾਂਗੇ, ਜਿਵੇਂ ਅਸੀਂ ਸਟਾਰਟਿੰਗ ਦੇ ਵਿੱਚ ਮੈਜਿਕ ਆਫ ਥਿੰਕਿੰਗ ਬਿਗ ਬੁੱਕ ਪੜ੍ਹੀ ਸੀ, ਤਾਂ ਇੱਥੇ ਵੀ ਉਹ ਚੀਜ਼ ਮੈਂ ਮੈਂਸ਼ਨ ਕਰੂੰਗੀ ਕਿ ਜਿੰਨਾ ਵੱਡਾ ਤੁਸੀਂ ਸੋਚ ਸਕਦੇ ਹੋ, ਉਨੀਆਂ ਵੱਡੀਆਂ ਤੁਹਾਡਾ ਜਿਹੜਾ ਮਾਈਂਡ ਹੈਗਾ ਤੁਹਾਡੇ ਅੱਗੇ ਓਪਰਚੁਨਿਟੀਜ਼ ਲਿਆਉਣਾ ਸ਼ੁਰੂ ਕਰ ਦਿੰਦਾ। ਜਿੰਨਾ ਤੁਸੀਂ ਘੱਟ ਸੋਚਦੇ ਹੋ, ਉਨਾ ਹੀ ਤੁਸੀਂ ਜਿਹੜੇ ਆ ਤੁਹਾਡਾ ਮਾਈਂਡ ਓਪਨਲੀ ਚੀਜ਼ਾਂ ਨੂੰ ਨਹੀਂ ਦੇਖਦਾ ਹੈਗਾ, ਉਹ ਰਿਐਕਟਿਵ ਨਹੀਂ ਹੁੰਦਾ ਹੈਗਾ, ਉਹ ਐਕਸ਼ਨ ਜ਼ੋਨ ਦੇ ਵਿੱਚ ਨਹੀਂ ਆ ਸਕਦਾ ਹੈਗਾ। ਕਿਉਂ? ਕਿਉਂਕਿ ਅਸੀਂ ਜਿਹੜੇ ਮਾਈਂਡ ਦੇ ਵਿੱਚ ਥਾਟਸ ਜਿਹੜੇ ਉਹ ਪਾ ਰਹੇ ਹਾਂ, ਜਿਹਦੇ ਨਾਲ ਸਾਡੀ ਜਿਹੜੀ ਆ ਗਰੋਥ ਉਹ ਨਹੀਂ ਹੋ ਪਾਉਂਦੀ ਹੈਗੀ ਆ। ਔਰ ਇਸ ਚੀਜ਼ ਦੇ ਲਈ ਮੈਂ ਸਾਰਿਆਂ ਨੂੰ ਇਹ ਕਹੂੰਗੀ ਕਿ ਆਪਣੇ ਆਪ ਤੇ ਇੱਕ ਇਹੋ ਜਿਹਾ ਆਪਣੇ ਥਾਟਸ ਨੂੰ ਵਾਚ ਕਰਨਾ ਸਟਾਰਟ ਕਰੋ ਕਿ ਸਾਡੇ ਅੰਦਰ ਪੋਜ਼ਿਟਿਵ ਥਾਟਸ ਹਨ, ਸਾਡੇ ਜਿਹੜੇ ਥਾਟਸ ਆ ਹਮੇਸ਼ਾ ਖੁਸ਼ੀ ਵਾਲੇ ਹੋਣ। ਜਿਹੜੀ ਚੀਜ਼ ਤੁਹਾਨੂੰ ਇਹ ਲੱਗਦਾ ਹੈ ਇੱਕ ਸੈਕਿੰਡ ਦੇ ਲਈ ਵੀ, ਕਈ ਵਾਰ ਬਿਕਾਜ਼ ਵੀ ਆਰ ਹਿਊਮਨ ਨਾ, ਤਾਂ ਹਿਊਮਨ ਬੀਇੰਗ, ਤਾਂ ਕਈ ਵਾਰ ਅਸੀਂ ਇਹ ਸੋਚ ਲੈਂਦੇ ਆ ਕਿ ਕੋਈ ਸਿਚੁਏਸ਼ਨ ਇਹੋ ਜਿਹੀ ਆਉਂਦੀ ਹੈ ਕਿ ਤੁਹਾਡੇ ਮਾਈਂਡ ਦੇ ਵਿੱਚ ਇਹ ਥਾਟ ਆਉਣਾ ਸ਼ੁਰੂ ਹੁੰਦਾ ਹੈ ਕਿ ਇਹ ਚੀਜ਼ ਮੇਰੇ ਕੋਲੋਂ ਨਹੀਂ ਹੋ ਸਕਦੀ, ਬਟ ਜਸਟ ਉਸੇ ਟਾਈਮ ਆਪਣੇ ਥਾਟ ਨੂੰ ਵਾਚ ਕਰੋ ਔਰ ਉਹਨੂੰ ਉਹਦਾ ਰਸਤਾ ਜਿਹੜਾ ਉਹ ਚੇਂਜ ਕਰ ਦਿਓ, ਇਹ ਸੋਚਣ ਦੇ ਲਈ ਕਿ ਇਹ ਕੰਮ ਮੈਂ ਹੀ ਕਰ ਸਕਦਾ ਹੈ ਔਰ ਮੈਂ ਕਿਵੇਂ ਕਰ ਸਕਦਾ ਹਾਂ। ਇਹਦੇ ਵਿੱਚ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸੂਗੀ ਕਿ ਉਹ ਦੱਸ ਰਹੇ ਸੀ, ਇੱਕ ਸਿੰਗਰ ਦੀ ਗੱਲ ਕਰ ਰਹੇ ਸੀਗੇ ਕਿ ਉਹਨਾਂ ਦਾ ਗਲਾ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਉਹਨਾਂ ਦੇ ਮਸਲਸ ਜਿਹੜੇ ਆ ਉਹ ਇਸ ਤਰ੍ਹਾਂ ਨਾਲ ਡੈਮੇਜ ਹੋ ਗਏ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਨਹੀਂ ਗਾ ਸਕਦੇ, ਉਹ ਆਡੀਅנס ਦੇ ਸਾਹਮਣੇ ਨਹੀਂ ਜਾ ਸਕਦੇ। ਬਟ ਉਹਨਾਂ ਨੇ ਆਪਣੀ ਜਿਹੜੇ ਮਨ ਦੇ ਨਾਲ ਗੱਲ ਕੀਤੀ ਕਿ ਮੇਰਾ ਜਿਹੜਾ ਬਿਗ ਮੈਨ ਹੈਗਾ ਉਹ ਇਹ ਚੀਜ਼ ਕਰ ਸਕਦਾ ਹੈ, ਔਰ ਉਹਨਾਂ ਨੇ ਜਸਟ ਬਿਫੋਰ ਦੈਟ ਕਨਸਰਟ ਆਪਣੇ ਆਪ ਨਾਲ ਗੱਲ ਕੀਤੀ ਔਰ ਉਸ ਕਨਸਰਟ ਦੇ ਵਿੱਚ ਉਹਨਾਂ ਨੇ ਬਹੁਤ ਅੱਛਾ ਗਾਇਆ। ਮਤਲਬ ਕੀ ਹੈ ਕਿ ਕਈ ਵਾਰੀ ਇੱਕ ਹੋਰ ਐਗਜ਼ਾਮਪਲ ਮੈਨੂੰ ਇੱਥੇ ਬੜੀ ਅੱਛੀ ਯਾਦ ਆ ਰਹੀ ਸੀ ਕਿ ਕਈ ਵਾਰੀ ਸੇਮ ਸਿਚੁਏਸ਼ਨ ਦੇ ਵਿੱਚ ਇੱਕ ਪੇਸ਼ੈਂਟ ਦੀ ਜਿਹੜੀ ਰਿਕਵਰੀ ਬਹੁਤ ਸਲੋ ਹੁੰਦੀ ਹੈ ਔਰ ਇੱਕ ਪੇਸ਼ੈਂਟ ਦੀ ਰਿਕਵਰੀ ਤੋਂ ਡਾਕਟਰਸ ਵੀ ਹੈਰਾਨ ਹੋ ਜਾਂਦੇ ਨੇ ਕਿ ਇੰਨੀ ਜਲਦੀ ਰਿਕਵਰੀ ਹੋ ਗਈ। ਉੱਥੇ ਵੀ ਉਸ ਬੰਦੇ ਦੇ ਥਾਟਸ ਦਾ ਹੀ ਫਰਕ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਨਾਲ ਉਸ ਚੀਜ਼ ਨੂੰ ਸੋਚ ਰਿਹਾ ਹੈਗਾ, ਕਿਸ ਤਰ੍ਹਾਂ ਨਾਲ ਉਸਨੇ ਉਸ ਚੀਜ਼ ਨੂੰ ਵਿਜ਼ੂਅਲਾਈਜ਼ ਕੀਤਾ ਹੈਗਾ। ਗੱਲ ਸਿਰਫ ਇਹ ਹੈ ਕਿ ਤੁਸੀਂ ਉਸ ਚੀਜ਼ ਦੇ ਬਾਰੇ, ਉਸ ਸਿਚੁਏਸ਼ਨ ਦੇ ਬਾਰੇ ਵਿੱਚ ਕਿਵੇਂ ਸੋਚਦੇ ਹੋ। ਕਿਉਂਕਿ ਇੱਕ ਚੀਜ਼ ਅਸੀਂ ਕੌਨਸ਼ੀਅਸਲੀ ਕਰ ਰਹੇ ਹੁੰਦੇ ਆ ਜਿਹਦੇ ਰਿਜ਼ਲਟ ਸਾਨੂੰ ਪਤਾ ਹੁੰਦੇ ਨੇ, ਇੱਕ ਚੀਜ਼ ਜਿਹੜੀ ਆ ਉਹ ਅਨਕੌਨਸ਼ੀਅਸਲੀ ਹੋ ਰਹੀ ਹੈ, ਦੈਟ ਇਜ਼ ਸਬਕੌਨਸ਼ੀਅਸ ਮਾਈਂਡ, ਜਿਹਨੂੰ ਨਹੀਂ ਪਤਾ ਹੁੰਦਾ ਕਿ ਤੁਸੀਂ ਕੀ ਕਰ ਰਹੇ ਹੋ, ਬਟ ਜੋ ਤੁਸੀਂ ਸੋਚ ਰਹੇ ਹੋ, ਜੋ ਤੁਸੀਂ ਕਰ ਰਹੇ ਹੋ, ਉਹਦੇ ਅੰਦਰ ਸਟੋਰ ਹੁੰਦਾ ਜਾਂਦਾ ਔਰ ਉਹਦੇ ਅਕੋਰਡਿੰਗਲੀ ਉਹ ਤੁਹਾਡਾ এনवायरमेंट ਬਣਾਉਣਾ ਸ਼ੁਰੂ ਕਰ ਦਿੰਦਾ। ਤਾਂ ਕਿਉਂ ਨਾ ਅਸੀਂ ਆਪਣੇ ਥਾਟਸ ਨੂੰ ਵਾਚ ਕਰਕੇ ਉਹਦੇ ਅੰਦਰ ਇਹੋ ਜਿਹਾ ਥਾਟ ਪ੍ਰੋਸੈਸ ਸ਼ੁਰੂ ਕਰੀਏ ਕਿ ਸਾਡੀਆਂ ਪ੍ਰੇਅਰਸ ਜਿਹੜੀਆਂ ਨੇ ਉਹਨਾਂ ਤੇ ਸਾਡਾ ਬਿਲੀਫ ਜਿਹੜਾ ਉਹ ਬਣਨਾ ਸ਼ੁਰੂ ਹੋਵੇ ਤੇ ਅਸੀਂ ਜੋ ਵੀ ਸਿਚੁਏਸ਼ਨ 'ਚ ਹੋਈਏ ਉਹਨੂੰ ਇੱਕ ਪੋਜ਼ਿਟਿਵ ਸਿਚੁਏਸ਼ਨ ਬਣਾ ਕੇ ਆਪਣੇ ਮਾਈਂਡ ਤੱਕ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆਪਣੇ ਮਾਈਂਡ ਨਾਲ ਇਸ ਤਰ੍ਹਾਂ ਨਾਲ ਕੰਟੈਕਟ ਕਰੀਏ ਕਿ ਉਹ ਚੀਜ਼ਾਂ ਜਿਹੜੀਆਂ ਉਹ ਪੋਜ਼ਿਟਿਵ ਜਿਹੜਾ ਰਿਐਕਸ਼ਨ ਸਾਡੇ ਇਸ ਪੋਜ਼ਿਟਿਵ এনवायरमेंट ਸਾਡੇ ਲਈ ਕ੍ਰੀਏਟ ਕਰ ਦੇਣ। ਸਿਰਫ ਇੱਕ ਹੀ ਚੀਜ਼ ਹੈ ਕਿ ਜਿਵੇਂ ਦੇ এনवायरमेंट 'ਚ ਤੁਸੀਂ ਰਹਿੰਦੇ ਹੋ ਉਵੇਂ ਦੇ ਤੁਸੀਂ ਬਣ ਜਾਂਦੇ ਹੋ। ਜਿਵੇਂ ਅਸੀਂ ਅੱਜ ਇੱਥੇ ਬੁੱਕ ਡਿਸਕਸ਼ਨ ਕਰ ਰਹੇ ਹਾਂ ਤਾਂ ਇਸ ਟਾਈਮ ਤੇ ਸਾਡਾ এনवायरमेंट ਬੜਾ ਪੋਜ਼ਿਟਿਵ ਹੈ, ਅਸੀਂ ਸਬਕੌਨਸ਼ੀਅਸ ਦੀ ਗੱਲ ਕਰ ਰਹੇ ਹਾਂ, ਬਟ ਇਸ ਟਾਈਮ ਤੇ ਅਗਰ ਅਸੀਂ ਕੋਈ ਹੋਰ ਕੰਮ ਕਰ ਰਹੇ ਹੁੰਦੇ, ਟੀਵੀ ਦੇਖ ਰਹੇ ਹੁੰਦੇ ਜਾਂ ਕੋਈ ਵੀ ਇਹੋ ਜਿਹਾ ਕੰਮ ਕਰ ਰਹੇ ਹੁੰਦੇ ਜਿਹਦੇ ਵਿੱਚ ਜਿਹੜਾ ਮਾਹੌਲ ਇਸ ਟਾਈਮ ਤੇ ਮਿਲਿਆ ਉਹ ਨਹੀਂ ਮਿਲਦਾ, ਤਾਂ ਸਾਡੇ ਸਬਕੌਨਸ਼ੀਅਸ ਨੇ ਵੀ ਉਸੇ ਤਰ੍ਹਾਂ ਦਾ ਕੰਮ ਕਰਨਾ ਸੀ। ਇਸ ਟਾਈਮ ਤੇ ਸਾਡੇ ਸਾਰਿਆਂ ਦੇ ਸਬਕੌਨਸ਼ੀਅਸ ਇਹ ਸੋਚ ਰਿਹਾ ਹੈ ਕਿ ਹਾਂ, ਅਗਰ ਇੱਕ ਵੀ ਬੰਦਾ ਆਪਣੇ ਸਬਕੌਨਸ਼ੀਅਸ ਨੂੰ ਯੂਜ਼ ਕਰਕੇ ਇਸ ਲਾਈਫ ਦੇ ਵਿੱਚ ਸਕਸੈਸਫੁਲ ਹੋ ਸਕਦਾ ਹੈ, ਆਪਣੀ ਲਾਈਫ ਨੂੰ ਜ਼ਿਆਦਾ ਖੁਸ਼ੀਆਂ ਭਰ ਸਕਦਾ ਹੈ, ਜ਼ਿਆਦਾ ਹੈਲਦੀ ਔਰ ਵੈਲਦੀ ਹੋ ਸਕਦਾ ਹੈ, ਤਾਂ ਕਿਉਂ ਨਾ ਮੈਂ ਵੀ ਆਪਣੇ ਸਬਕੌਨਸ਼ੀਅਸ ਦੀ ਪਾਵਰ ਨੂੰ ਯੂਜ਼ ਕਰਕੇ, ਆਪਣੇ ਥਾਟਸ ਨੂੰ ਵਾਚ ਕਰਕੇ ਇੱਕ ਅੱਛੀ ਲਾਈਫ ਜਿਹੜਾ ਉਹ ਜਿਉ ਸਕਦਾ ਹੈ। ਇਸ ਚੀਜ਼ ਨੂੰ ਬਸ ਪ੍ਰੈਕਟਿਸ ਦੀ ਜ਼ਰੂਰਤ ਹੈਗੀ ਹੈ, ਜਸਟ ਇੱਕ ਦੋ ਵਾਰ ਆਪਣੇ ਮਾਈਂਡ ਨੂੰ, ਆਪਣੇ ਥਾਟਸ ਨੂੰ ਵਾਚ ਕਰਨ ਦੀ ਜ਼ਰੂਰਤ ਹੈਗੀ ਹੈ ਤੇ ਅਸੀਂ ਸਾਰੇ ਆਪਣੇ ਇਸ ਖਜ਼ਾਨੇ ਨੂੰ ਜਿਹੜਾ ਆ ਉਹ ਬਹੁਤ ਅੱਛੀ ਤਰ੍ਹਾਂ ਨਾਲ ਯੂਜ਼ ਕਰਕੇ ਡਿਵੈਲਪ ਕਰ ਸਕਦੇ ਹਾਂ। ਥੈਂਕ ਯੂ, ਦੈਟਸ ਆਲ ਫਰਮ ਮਾਈ ਸਾਈਡ। ਅਗਰ ਕੁਝ ਰਹਿ ਗਿਆ ਹੋਵੇ ਤਾਂ ਪਲੀਜ਼